सत श्री अकाल बेटा जी। ਅੱਜ ਅਸੀਂ ਚੈਪਟਰ ਸਟਾਰਟ ਕਰਾਂਗੇ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਰਿਫਲੈਕਸ਼ਨ ਤੇ ਰਿਫਰੈਕਸ਼ਨ ਦੋ ਪ੍ਰੋਪਰਟੀਆਂ ਜਾਂ ਵਿਸ਼ੇਸ਼ਤਾਵਾਂ ਹਨ ਲਾਈਟ ਦੀਆਂ। ਇਹ ਅਸੀਂ ਅੱਜ ਸਟੱਡੀ ਕਰਨੀਆਂ ਹਨ। ਸਭ ਤੋਂ ਪਹਿਲੇ ਚਰਚਾ ਕਰਾਂਗੇ ਕਿ ਅਸੀਂ ਚੀਜ਼ਾਂ ਵੇਖਦੇ ਕਿੱਦਾਂ ਹਾਂ। ਪੁਰਾਣੇ ਜ਼ਮਾਨੇ 'ਚ ਇਹ ਸੋਚਿਆ ਜਾਂਦਾ ਸੀ ਕਿ ਸਾਡੀ ਅੱਖਾਂ 'ਚੋਂ ਕੁਝ ਨਿਕਲਦਾ ਪਿਆ ਹੈ। देयर इज समथिंग कमिंग आउट ऑफ आवर आईज। ਤਾਂ ਕਰਕੇ ਅਸੀਂ ਚੀਜ਼ਾਂ ਵੇਖ ਪਾਉਂਦੇ ਹਾਂ, ਪਰ ਇਹ ਗਲਤ ਧਾਰਨਾ ਹੈ। ਦਿਸ ਇਜ਼ ਰੋਂਗ। ਅਸੀਂ ਵੇਖਦੇ ਤਾਂ ਕਰਕੇ ਹੈਗੇ ਆ ਜਦੋਂ ਲਾਈਟ ਸਾਡੀ ਆਈਜ਼ 'ਚ ਆਵੇ, ਯਾਨੀ ਕਿ ਵੈਨ ਲਾਈਟ ਕਮਸ ਇਨ ਆਰ ਆਈਜ਼, ਸਾਡੇ ਅੱਖਾਂ 'ਚ ਰੈਟੀਨਾ ਹੁੰਦਾ ਹੈ, ਜਿਹੜਾ ਅਸੀਂ ਅਗਲੇ ਚੈਪਟਰ 'ਚ ਪੜਾਂਗੇ ਡਿਟੇਲ 'ਚ, ਤੇ ਉੱਥੇ ਇਮੇਜ ਬਣਦੀ ਹੈ ਆਬਜੈਕਟ ਦੀ। ਤਾਂ ਕਰਕੇ ਸਾਡਾ ਬ੍ਰੇਨ ਉਹਨੂੰ ਵੇਖ ਸਕਦਾ ਹੈ, ਯਾਨੀ ਕਿ ਬ੍ਰੇਨ ਨਾਲ ਵੀ ਕਨੈਕਸ਼ਨ ਹੈ। ਇੱਦਾਂ ਹੀ ਨਹੀਂ ਸਿਰਫ ਅੱਖਾਂ ਹੀ ਕੰਮ ਨਹੀਂ ਕਰਦੀਆਂ। ਪੁਰਾਣੀ ਧਾਰਨਾ ਸੀ ਉਹ ਸਿਰਫ ਇੱਕ ਐਗਜ਼ਾਮਪਲ ਨਾਲ ਖਤਮ ਹੋ ਗਈ, ਕਿਉਂਕਿ ਪੁੱਛਿਆ ਗਿਆ ਜੇ ਸਾਡੇ ਅੱਖਾਂ 'ਚੋਂ ਸਭ ਕੁਝ ਨਿਕਲਦਾ ਹੈ, ਕੋਈ ਡਾਰਕ ਰੂਮ ਹੋਵੇ ਜਿਹਦੇ 'ਚ ਕੋਈ ਲਾਈਟ ਨਹੀਂ ਹੋ, ਉਹਦੇ 'ਚ ਸਾਨੂੰ ਕਿਉਂ ਨਹੀਂ ਦਿਸਦਾ? ਕਿਉਂਕਿ ਅੱਖਾਂ 'ਚ ਕੁਝ ਨਿਕਲ ਨਹੀਂ ਰਿਹਾ, ਕੁਝ ਲਾਈਟ ਜਾਣੀ ਚਾਹੀਦੀ ਹੈ। ਜਦੋਂ ਰੂਮ ਡਾਰਕ ਹੁੰਦਾ ਹੈ ਤਾਂ ਕੁਝ ਲਾਈਟ ਅੰਦਰ ਜਾਂਦੀ ਹੀ ਨਹੀਂ, ਇਮੇਜ ਬਣਦੀ ਹੀ ਨਹੀਂ, ਤਾਂ ਕਰਕੇ ਸਾਨੂੰ ਕੁਝ ਵੀ ਨਹੀਂ ਦਿਸਦਾ। ਜਿਹੜੀ ਲਾਈਟ ਦੀ ਕਿਰਨਾਂ ਹਨ ਉਹ ਕਿੱਦਾਂ ਟਰੈਵਲ ਕਰਦੀਆਂ ਹਨ? ਤੁਸੀਂ ਟਾਰਚ ਵੇਖੀ ਹੋਏਗੀ। ਜੇ ਟਾਰਚ ਦੀ ਲਾਈਟ ਸਾਨੂੰ ਦਿਖਾਣੀ ਹੋਵੇ ਪੇਪਰ ਤੇ, ਤੁਹਾਡੀ ਕਾਪੀਆਂ ਤੇ ਅਸੀਂ ਕਿੱਦਾਂ ਵਿਖਾ ਸਕਦੇ ਹਾਂ? ਇਸ ਚੈਪਟਰ ਲਈ ਅਸੀਂ ਲਾਈਟ ਦੀ ਜਿਹੜੀ ਪ੍ਰੋਪਰਟੀ ਹੈ, ਟਰੈਵਲ ਕਿੱਦਾਂ ਕਰਦੀ ਹੈ ਲਾਈਟ, ਉਹ ਅਸੀਂ ਸਟ੍ਰੇਟ ਲਾਈਨ ਯਾਨੀ ਕਿ ਸਿੱਧੀ ਰੇਖਾ ਨਾਲ ਕਰਨੀ ਹੈ। ਅਸੀਂ ਇਮੇਜਿਨ ਕਰਨਾ ਹੈ ਕਿ ਸਿੱਧੀ ਲਾਈਨ ਨਾਲ ਹੀ ਲਾਈਟ ਟਰੈਵਲ ਕਰਦੀ ਹੈ। ਔਨ ਪੇਪਰ ਜਾਂ ਸਾਡੀ ਕਾਪੀਆਂ 'ਚ ਅਸੀਂ ਇਹ ਸਟ੍ਰੇਟ ਲਾਈਨ ਪਾਥ ਜਿਹੜਾ ਰਸਤਾ ਹੈਗਾ ਲਾਈਟ ਨੇ ਲਿਆ ਸਿੱਧਾ, ਉਹਨੂੰ ਅਸੀਂ ਰੇ ਆਫ ਲਾਈਟ ਕਹਿੰਦੇ ਹਾਂ। ਰੇ ਮਤਲਬ ਕਿੱਥੋਂ ਸਟਾਰਟ ਹੋਣੀ ਹੈ ਤੇ ਕਿੱਥੇ ਐਂਡ ਹੋਣੀ ਹੈ, ਕਿੱਥੇ ਟਕਰਾਣੀ ਹੈ ਜਾਂ ਕਿਤੇ ਰਿਫਲੈਕਟ ਹੋਣੀ ਹੈ ਜਾਂ ਕਿਤੇ ਰਿਫਰੈਕਟ ਹੋਣੀ ਹੈ। ਇਹ ਦੋ ਪ੍ਰੋਪਰਟੀਆਂ ਜਦੋਂ ਵੀ ਅਸੀਂ ਡਿਸਕਸ ਕਰਾਂਗੇ, ਰਿਫਲੈਕਸ਼ਨ ਅਤੇ ਰਿਫਰੈਕਸ਼ਨ, ਅਸੀਂ ਹਮੇਸ਼ਾ ਐਜ਼ਿਊਮ ਕਰਨਾ ਹੈ, ਹਮੇਸ਼ਾ ਇਹ ਚੀਜ਼ ਮੰਨਾਂਗੇ ਕਿ ਲਾਈਟ ਜਿਹੜੀ ਹੈ ਬਿਲਕੁਲ ਸਿੱਧੀ ਸਿੱਧੀ ਜਾਣੀ ਹੈ, ਉਹਦਾ ਜਿਹੜਾ ਪਾਥ ਹੈ ਉਹ ਸਟ੍ਰੇਟ ਲਾਈਨ ਹੈ। ਤਾਂ ਹੀ ਕਰਕੇ ਅਸੀਂ ਰੇ ਆਫ ਲਾਈਟ ਦਾ ਬਹੁਤ ਜ਼ਿਆਦਾ ਯੂਜ਼ ਕਰਾਂਗੇ ਆਪਣੇ ਇਸ ਚੈਪਟਰ 'ਚ। ਫੋਰ ਐਗਜ਼ਾਮਪਲ, ਜੇ ਇੱਥੇ ਟਾਰਚ ਹੋਵੇ ਤਾਂ ਇਹ ਜਿਹੜੀਆਂ ਮੈਂ ਸਿੱਧੀਆਂ ਲਾਈਨਾਂ ਲਾਈਆਂ, ਇਹਨਾਂ ਲਾਈਨਾਂ ਨੂੰ ਅਸੀਂ ਕਹਿ ਸਕਦੇ ਨੇ ਰੇ ਆਫ ਲਾਈਟ। ਇਹ ਸਾਡਾ ਦਿਖਾਉਣ ਦਾ ਤਰੀਕਾ ਹੈ। ਪੇਪਰ 'ਚ ਹੋਰ ਕਿਸ ਹਿਸਾਬ ਨਾਲ ਅਸੀਂ ਦਿਖਾ ਸਕਦੇ ਹਾਂ? ਤਾਂ ਹੀ ਕਰਕੇ ਅਸੀਂ ਸਟ੍ਰੇਟ ਲਾਈਨ ਪਾਵਾਂਗੇ, ਸਟ੍ਰੇਟ ਲਾਈਨ ਪਾਥ ਦਿਖਾਵਾਂਗੇ। ਇਸ ਲਾਈਨ ਦਾ ਮਤਲਬ ਕੀ ਹੈ? ਲਾਈਟ ਸਿੱਧੀ ਟਰੈਵਲ ਕਰ ਰਹੀ ਹੈ। ਤੇ ਦੂਜੀ ਗੱਲ ਅਸੀਂ ਜਿਹੜਾ ਖਿਆਲ ਰੱਖਣਾ ਹੈ ਡਾਇਰੈਕਸ਼ਨ ਦਾ, ਜਿਹੜਾ ਇਹ ਐਰੋ ਹੈ, ਐਰੋ ਕੀ ਦਿਖਾਉਂਦਾ ਹੈ ਕਿ ਲਾਈਟ ਕਿੱਥੋਂ ਸਟਾਰਟ ਹੋ ਕੇ ਕਿੱਥੇ ਨੂੰ ਜਾ ਰਹੀ ਹੈ। ਇੱਥੇ ਬੈਟਰੀ ਹੈ ਤਾਂ ਇੱਥੋਂ ਲਾਈਟ ਦਾ ਸੋਰਸ ਹੈ ਜਾਂ ਲਾਈਟ ਇੱਥੋਂ ਸਟਾਰਟ ਹੋ ਰਹੀ ਹੈ, ਤੇ ਐਰੋ ਲਾਉਣ ਦਾ ਮਤਲਬ ਇਹ ਹੈ ਕਿ ਲਾਈਟ ਕਿਸ ਡਾਇਰੈਕਸ਼ਨ ਨੂੰ ਜਾ ਰਹੀ ਹੈ। ਇਹ ਮੰਨ ਲਓ ਇਹ ਦੀਵਾਰ ਹੈ, ਉੱਥੇ ਜਾ ਕੇ ਪ੍ਰਕਾਸ਼ ਜਿਹੜਾ ਹੈਗਾ ਲੱਗ ਰਿਹਾ ਹੈ। ਇਹਦੇ ਬਾਅਦ ਕੀ ਹੋ ਸਕਦਾ ਹੈ? ਰਿਫਲੈਕਸ਼ਨ ਹੋ ਸਕਦੀ ਹੈ, ਲਾਈਟ ਇੱਥੇ ਟਕਰਾ ਕੇ ਰਿਫਲੈਕਟ ਹੋ ਸਕਦੀ ਹੈ। ਸਭ ਤੋਂ ਪਹਿਲੇ ਜਿਹੜੀ ਪ੍ਰੋਪਰਟੀ ਜਾਂ ਵਿਸ਼ੇਸ਼ਤਾ ਅਸੀਂ ਲਾਈਟ ਦੀ ਵੇਖਣੀ ਹੈ ਉਹ ਦੇਖਣੀ ਹੈ ਰਿਫਲੈਕਸ਼ਨ ਆਫ ਲਾਈਟ। ਕੋਈ ਵੀ ਪੋਲਿਸ਼ਡ ਸਰਫੇਸ ਹੋਵੇ, ਉਹ ਜ਼ਿਆਦਾਤਰ ਜਿੰਨੀ ਵੀ ਲਾਈਟ ਉਹਦੇ ਤੇ ਪੈਂਦੀ ਹੈ ਵਾਪਸ ਭੇਜ ਦਿੰਦਾ ਹੈ ਰਿਫਲੈਕਟ ਕਰਕੇ। ਜਿੱਦਾਂ ਕ੍ਰਿਕਟ 'ਚ ਵੇਖਿਆ ਹੋਣਾ, ਬਾਲ ਆਉਂਦੀ ਹੈ ਤੇ ਬੈਟ ਨਾਲ ਲੱਗ ਕੇ ਦੂਜੇ ਪਾਸੇ ਨੂੰ ਚਲ ਜਾਂਦੀ ਹੈ। ਜਿੱਦਾਂ ਅਸੀਂ ਬਾਲ ਕੋਈ ਲਈਏ ਤੇ ਦੀਵਾਰ ਤੇ ਮਾਰੀਏ, ਉਹ ਵਾਪਸ ਆ ਜਾਂਦੀ ਹੈ। ਤਾਂ ਹੁਣ ਇਸੇ ਨੂੰ ਅਸੀਂ ਸਪੈਸ਼ਲ ਵਰਡ ਲਾ ਰਹੇ ਹਾਂ ਕਿ ਰਿਫਲੈਕਟ ਹੁੰਦਾ ਹੈ। ਬਾਲ ਦੀਵਾਰ ਤੇ ਸੁੱਟੀ, ਉਹ ਰਿਫਲੈਕਟ ਹੋ ਕੇ ਤੁਹਾਡੇ ਹੱਥਾਂ 'ਚ ਵਾਪਸ ਆ ਗਈ। ਤੁਸੀਂ ਕਈ ਵਾਰੀ ਗਰਾਊਂਡ ਤੇ ਮਾਰਦੇ ਹੋ, ਗਰਾਊਂਡ ਫਲੋਰ ਤੇ ਰਿਫਲੈਕਟ ਹੋ ਕੇ ਜਿਹੜਾ ਫਰਸ਼ ਹੈ ਤੁਹਾਡੇ ਹੱਥ 'ਚ ਦੁਬਾਰਾ ਪਹੁੰਚ ਜਾਂਦੀ ਹੈ। ਇਸ ਫਿਨੋਮੇਨਾ ਨੂੰ ਅਸੀਂ ਕਹਾਂਗੇ ਰਿਫਲੈਕਸ਼ਨ। ਹੁਣ ਲਾਈਟ ਵੀ ਸਟ੍ਰੇਟ ਪਾਥ ਜਾਂਦੀ ਹੈ ਤਾਂ ਲਾਈਟ ਵੀ ਰਿਫਲੈਕਟ ਹੁੰਦੀ ਹੈ, ਬਟ ਯਾਦ ਰੱਖਣਾ ਕਿਹੜੇ ਕੇਸ 'ਚ? ਜਦੋਂ ਸਾਡਾ ਸਰਫੇਸ ਬਹੁਤ ਹੀ ਹਾਈਲੀ ਪੋਲਿਸ਼ਡ ਹੋਵੇ, ਯਾਨੀ ਕਿ ਉਹਦੀ ਅਸੀਂ ਚਮਕ ਰੱਖੀ ਹੋਵੇ। ਚਮਕ ਕਿੱਥੇ ਕਿੱਥੇ ਵੇਖ ਸਕਦੇ ਹੋ? ਜੇ ਸ਼ੀਸ਼ੇ 'ਚ ਤੁਸੀਂ ਰੋਜ਼ ਆਪਣੇ ਆਪ ਨੂੰ ਵੇਖਦੇ ਹੋ, ਉਹ ਰਿਫਲੈਕਸ਼ਨ ਹੀ ਤਾਂ ਹੈ। ਤੁਹਾਡੇ ਚਿਹਰੇ ਤੋਂ ਲਾਈਟ ਟਕਰਾ ਕੇ ਸ਼ੀਸ਼ੇ ਕੋਲ ਜਾਂਦੀ ਹੈ ਤੇ ਰਿਫਲੈਕਟ ਹੋ ਕੇ ਤੁਹਾਡੀ ਅੱਖਾਂ 'ਚ ਪੈਂਦੀ ਹੈ, ਤਾਂ ਹੀ ਕਰਕੇ ਤੁਸੀਂ ਵੇਖ ਰਹੇ ਹੋ। ਜੇ ਰੂਮ 'ਚ ਹਨੇਰਾ ਹੋਵੇ ਤਾਂ ਕਿਆ ਤੁਹਾਨੂੰ ਆਪਣਾ ਰਿਫਲੈਕਸ਼ਨ ਵਿਖੇਗਾ? ਨਹੀਂ, ਕਿਉਂਕਿ ਕੋਈ ਵੀ ਲਾਈਟ ਐਂਟਰ ਹੀ ਨਹੀਂ ਕਰਦੀ ਪਈ ਹੈ। ਜੇ ਤੁਹਾਨੂੰ ਆਪਣਾ ਚਿਹਰਾ ਦੇਖਣਾ ਹੈ ਤੇ ਤੁਹਾਡੇ ਕੋਲ ਬੈਟਰੀ ਹੈ, ਤੁਸੀਂ ਸ਼ੀਸ਼ੇ ਤੇ ਮਾਰੋਗੇ ਕਿ ਆਪਣੇ ਤੇ ਮਾਰੋਗੇ? ਆਪਣੇ ਤੇ ਮਾਰੋਗੇ, ਕਿਉਂਕਿ ਤੁਹਾਡੇ ਫੇਸ ਤੇ ਜਦੋਂ ਲਾਈਟ ਵੱਜੇਗੀ ਉਹੀ ਕੁਝ ਪਾਰਟ ਰਿਫਲੈਕਟ ਹੋ ਕੇ ਸ਼ੀਸ਼ੇ 'ਚ ਜਾਣਾ ਹੈ, ਉਹ ਵਾਪਸ ਹੋ ਕੇ ਤੁਹਾਡੀ ਅੱਖਾਂ 'ਚ ਪੈਣਾ ਹੈ ਤੇ ਰੈਟੀਨਾ 'ਚ ਇਮੇਜ ਬਣਨੀ ਹੈ। ਤਾਂ ਇਹ ਸਾਨੂੰ ਦਿਮਾਗ, ਹੁਣ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਕਿ ਸਾਡੀ ਅੱਖਾਂ 'ਚੋਂ ਕੁਝ ਨਹੀਂ ਆ ਰਿਹਾ ਬਾਹਰ। ਸਾਡੀ ਅੱਖਾਂ ਨੂੰ ਲਾਈਟ ਚਾਹੀਦੀ ਹੈ। ਜਦੋਂ ਲਾਈਟ ਸਾਡੀ ਅੱਖਾਂ 'ਚ ਪਵੇਗੀ, ਉਹ ਇਮੇਜ, ਉਹ ਚੀਜ਼ ਅਸੀਂ ਵੇਖ ਪਾਵਾਂਗੇ। ਪਾਣੀ 'ਚ ਵੀ ਰਿਫਲੈਕਸ਼ਨ ਵੇਖਦੇ ਹਾਂ, ਸਟੀਲ ਪਲੇਟਸ ਵੀ ਦੇਖਦੇ ਹਾਂ,
ਕਈ ਵਾਰੀ ਮਾਰਬਲ ਇਹੋ ਜਿਹਾ ਹੁੰਦਾ ਜੇ ਬੜਾ ਸੋਹਣਾ ਸਾਫ਼ ਕੀਤਾ ਉਹਦੇ 'ਚ ਵੀ ਥੋੜੀ ਥੋੜੀ ਰਿਫਲੈਕਸ਼ਨ ਆ ਜਾਂਦੀ ਹੈ। ਇਹ ਸਾਰੇ ਰਿਫਲੈਕਟਿੰਗ ਸਰਫੇਸਿਸ ਹੈਗੇ ਆ, ਹਾਈਲੀ ਪੋਲਿਸ਼ਡ ਸਰਫੇਸਿਸ ਹੈਗੇ ਆ। ਤੇ ਸਭ ਤੋਂ ਵਧੀਆ ਐਗਜ਼ਾਮਪਲ ਜਿਹੜਾ ਹੈਗਾ ਸਾਡਾ ਉਹ ਕਿਹੜਾ ਹੈਗਾ, ਤੁਹਾਡਾ ਚਮਚ, ਕਿਉਂਕਿ ਉਹਦੇ ਦੋ ਪਾਸੇ ਹਨ ਜਿਹੜੇ ਅਸੀਂ ਇਸ ਚੈਪਟਰ 'ਚ ਰਿਫਲੈਕਸ਼ਨ 'ਚ ਖਾਸ ਕਰਕੇ ਬਹੁਤ ਯੂਜ਼ ਕਰਦੇ ਹਨ। ਹੁਣ ਥੋੜਾ ਜਿਹਾ ਰਿਵਾਈਜ਼ ਕਰ ਲਈਏ, ਰਿਫਲੈਕਸ਼ਨ ਦੇ ਥੋੜੀ ਜਿਹੀ ਰਿਵੀਜ਼ਨ ਹੋ ਜਾਵੇ, ਇਹਦੇ ਰਿਲੇਟਡ ਜਿਹੜੀ ਟਰਮਸ ਹਨ, ਜਿਹੜੇ ਲਾਜ਼ ਹਨ, ਕਾਨੂੰਨ ਹਨ ਬਣੇ, ਉਹ ਸਾਨੂੰ ਪਤਾ ਹੋਣੇ ਚਾਹੀਦੇ ਆ। ਇਹ ਮੈਂ ਇੱਕ ਫਲੈਟ ਸਰਫੇਸ ਬਣਾਇਆ, ਇਹਨੂੰ ਸ਼ੀਸ਼ਾ ਵੀ ਸਮਝ ਸਕਦੇ ਹੋ ਤੁਸੀਂ। ਸ਼ੀਸ਼ੇ ਦਾ ਪਿਛਲੇ ਪਾਸਾ ਵੇਖੋ ਤਾਂ ਉੱਥੇ ਪੇਂਟ ਜਿਹਾ ਦਿਸਦਾ ਹੈ ਕਿ ਹੋਇਆ ਹੈ, ਉਹ ਰਫ ਸਰਫੇਸ ਕਹਿੰਦੇ ਹਨ ਉਹਨੂੰ। ਤੇ ਜਿਹੜਾ ਸਾਹਮਣੇ ਦਾ ਹੈਗਾ ਜਿੱਥੋਂ ਤੁਸੀਂ ਇਮੇਜ ਵੇਖ ਰਹੇ ਹੋ ਉਹਨੂੰ ਕਹਾਂਗੇ ਰਿਫਲੈਕਟਿੰਗ ਸਰਫੇਸ। ਇਹੀ ਹੈ ਜਿਹਦੇ ਨਾਲ ਰਿਫਲੈਕਸ਼ਨ ਹੋਏਗੀ। ਹੁਣ ਸਾਡੀ ਲਾਈਟ ਜਿਹੜੀ ਹੈਗੀ ਹੈ ਉਹ ਅਸੀਂ ਮੰਨਿਆ ਹੈ ਰੇ ਆਫ ਲਾਈਟ, ਤਾਂ ਮੰਨ ਲੈਂਦੇ ਹਾਂ ਲਾਈਟ ਇਸ ਹਿਸਾਬ ਨਾਲ ਇੱਧਰ ਨੂੰ ਆਉਂਦੀ ਹੈ ਤੇ ਇੱਥੇ ਟਕਰਾਉਂਦੀ ਹੈ ਇਸ ਪੁਆਇੰਟ ਤੇ, ਕੁਛ ਐਦਾਂ ਕਰਕੇ। ਹੁਣ ਲਾਈਟ ਦੀ ਡਾਇਰੈਕਸ਼ਨ ਨਹੀਂ ਬਣਾਈ ਹੈ ਨਾ, ਲਾਈਟ ਦੀ ਹਮੇਸ਼ਾ ਡਾਇਰੈਕਸ਼ਨ ਬਣਾਉਣੀ ਚਾਹੀਦੀ ਹੈ, ਤਾਂ ਸਾਨੂੰ ਐਰੋ ਬਣਾ ਲੈਣਾ ਚਾਹੀਦਾ ਹੈ। ਇਹ ਦੇਖੋ ਇਦਾਂ ਦਾ ਐਰੋ, ਤੇ ਇਸ ਲਾਈਟ ਦੀ ਰੇ ਨੂੰ ਕੀ ਕਵਾਂਗੇ ਅਸੀਂ, ਇਨਸੀਡੈਂਟ ਰੇ। ਇਨਸੀਡੈਂਟ ਹੁੰਦਾ ਹੈ ਬੇਟਾ ਆਉਣ ਵਾਲੀ, ਇਨਸੀਡੈਂਟ ਰੇ, ਜਿਹੜੀ ਰੇ ਆਫ ਲਾਈਟ ਆਈ, ਐਰੋ ਬਣਾਤਾ ਕਿ ਇਸ ਡਾਇਰੈਕਸ਼ਨ ਨੂੰ ਹੈ। ਜੇ ਅਸੀਂ ਡਾਇਗਰਾਮ 'ਚ ਐਰੋ ਨਹੀਂ ਪਾਵਾਂਗੇ ਸਾਡੇ ਕੋਲ ਗਲਤੀ ਹੋ ਜਾਏਗੀ। ਹੁਣ ਇਹ ਲਾਈਟ ਦੀ ਰੇ ਕਿੱਦਾਂ ਰਿਫਲੈਕਟ ਹੋਏਗੀ, ਇਹ ਅਸੀਂ ਮੰਨ ਲਿਆ ਕਿ ਬਹੁਤ ਹੀ ਹਾਈਲੀ ਪੋਲਿਸ਼ਡ ਸਰਫੇਸ ਹੈ ਤਾਂ ਇਹਨੇ ਰਿਫਲੈਕਟ ਕਰ ਦੇਣੀ ਸਾਰੀ ਦੀ ਸਾਰੀ ਲਾਈਟ। ਇਹ ਲਾਈਟ ਟਕਰਾ ਕੇ ਜਾਂ ਰਿਫਲੈਕਟ ਹੋ ਕੇ ਕਿੱਧਰ ਨੂੰ ਜਾਏਗੀ ਤੁਹਾਡੇ ਹਿਸਾਬ ਨਾਲ? ਕਿਆ ਇਹ ਇੱਧਰ ਨੂੰ ਜਾਏਗੀ? ਦੇਖੋ ਇੱਦਾਂ ਵਾਪਸ ਤਾਂ ਨਹੀਂ ਚੱਲ ਜਾਏਗੀ, ਜਾਂ ਫਿਰ ਇੱਦਾਂ ਜਾਏਗੀ। ਇੱਥੇ ਇੱਕ ਅਸੀਂ ਟ੍ਰਿਕ ਯੂਜ਼ ਕਰਦੇ ਹਾਂ ਜਿਹਦੇ ਕਾਰਨ ਸਾਡੇ ਡਾਇਗਰਾਮ ਜਿਹੜੇ ਹਨ ਬਿਲਕੁਲ ਸਹੀ ਬਣਨ। ਹੁਣ ਦੇਖੋ ਜਿੱਥੇ ਇਹ ਪੁਆਇੰਟ ਹਿੱਟ ਕਰ ਰਿਹਾ ਹੈ ਸਾਡੀ ਰੇ, ਉਹਨੂੰ ਕਹਿੰਦੇ ਨੇ, ਇਸ ਪੁਆਇੰਟ ਨੂੰ ਅਸੀਂ ਕਹਾਂਗੇ ਪੁਆਇੰਟ ਆਫ ਇੰਸੀਡੈਂਸ। ਜਿੱਥੇ ਇੰਸੀਡੈਂਟ ਰੇ ਆ ਰਹੀ ਹੈ, ਟਕਰਾ ਰਹੀ ਹੈ, ਉਸ ਪੁਆਇੰਟ ਦਾ ਵੀ ਇੱਕ ਸਪੈਸ਼ਲ ਨਾਂ ਹੈ ਪੁਆਇੰਟ ਆਫ ਇੰਸੀਡੈਂਸ। ਇੱਥੇ ਅਸੀਂ ਇੱਕ 90 ਡਿਗਰੀ ਦੀ ਲਾਈਨ ਬਣਾ ਦੇਣੀ ਹੈ। 90 ਡਿਗਰੀ ਕਿੱਥੋਂ? ਇਹ ਜਿਹੜਾ ਸਰਫੇਸ ਹੈ ਉੱਥੋਂ। ਤਾਂ ਅਸੀਂ ਇਦਾਂ ਦਾ ਇੱਕ ਲਾਈਨ ਬਣਾ ਲਈਏ, ਫਿੱਕੀ ਜਿਹੀ ਡਾਟਡ ਵੀ ਬਣਾ ਸਕਦੇ ਹੋ, ਕਿਉਂਕਿ ਇਹ ਅਸਲ 'ਚ ਕੁਝ ਨਹੀਂ ਹੈ, ਇਹ ਅਸੀਂ ਆਪਣੇ ਰੈਫਰੈਂਸ ਵਾਸਤੇ, ਆਪਣੀ ਹੈਲਪ ਵਾਸਤੇ ਬਣਾਉਂਦੇ ਹਾਂ। ਇਹ ਪੂਰੀ 90 ਡਿਗਰੀ ਹੋਏਗੀ, ਇਹ ਇੱਥੋਂ 90 ਡਿਗਰੀ ਦਾ ਕੋਣ ਇਹਨੇ ਕਰਨਾ ਹੈ। ਸਰਫੇਸ ਤੋਂ ਯਾਦ ਰੱਖਣਾ, ਇਹਨੂੰ ਕਹਿੰਦੇ ਆ ਅਸੀਂ ਨਾਰਮਲ। ਕੀ ਹੈਗਾ? ਆ ਲਾਈਨ, ਇਮੈਜਿਨਰੀ ਲਾਈਨ 90 ਡਿਗਰੀ ਟੂ ਦਾ ਪੋਲਿਸ਼ਡ ਸਰਫੇਸ। ਇਹ ਟਰਮੀਨੋਲੋਜੀ ਸਾਨੂੰ ਯਾਦ ਹੋਣੀ ਚਾਹੀਦੀ ਹੈ। ਹੁਣ ਅਸੀਂ ਰਿਫਲੈਕਟਡ ਰੇ ਡਰਾ ਕਰਨੀ ਹੈ। ਇਹ ਐਦਾਂ, ਇਹ ਦੋਨੋਂ ਬਰਾਬਰ ਹੀ ਹਨ। ਇਹ ਥੋੜੀ ਜਿਹੀ ਗਾੜੀ ਹੋ ਗਈ, ਇਹ ਥੋੜੀ ਜਿਹੀ ਫਿੱਕੀ, ਬਟ ਇਹ ਦੋਨੋਂ ਬਰਾਬਰ ਹੀ ਹਨ। ਇਹ ਸਿਰਫ ਤੁਹਾਨੂੰ ਦਿਖਾਉਣ ਵਾਸਤੇ, ਡਿਫਰੈਂਸ ਦਿਖਾਉਣ ਵਾਸਤੇ ਮੈਂ ਅਲੱਗ-ਅਲੱਗ ਇਹਨਾਂ ਦੀਆਂ ਥਿਕਨੈਸ ਲਈਆਂ ਹਨ। ਇੱਥੇ ਐਰੋ ਕੀ ਹੋਏਗਾ? ਰਿਫਲੈਕਟ ਹੋ ਕੇ ਕਿੱਧਰ ਨੂੰ ਜਾਏਗੀ? ਇੱਧਰ ਨੂੰ ਜਾਏਗੀ। ਤਾਂ ਅਸੀਂ ਇਹਦਾ ਵੀ ਐਰੋ ਬਣਾਉਣਾ ਹੈ। ਇਹ ਨਾਰਮਲ ਨਾਲ ਫਾਇਦਾ ਕੀ ਹੋਏਗਾ? ਅਸੀਂ ਹੁਣ ਇਹ ਦੇਖੋ, ਇਹ ਐਂਗਲ ਦੇਖ ਸਕਦੇ ਹਾਂ ਤੇ ਅਸੀਂ ਦੇਖਦੇ ਹਾਂ ਇਹ ਬਿਲਕੁਲ ਸੇਮ ਹੋਏਗਾ ਇਹ ਐਂਗਲ ਨਾਲ। ਇਸ ਐਂਗਲ ਦਾ ਇੱਕ ਸਪੈਸ਼ਲ ਨਾਂ ਹੈ। ਕਿਹੜਾ ਐਂਗਲ ਹੈ? ਇਹ ਐਂਗਲ ਹੈ ਇਨਸੀਡੈਂਟ ਰੇ ਤੇ ਨਾਰਮਲ ਦੇ ਵਿੱਚ। ਇਹਨੂੰ I ਨਾਲ ਡਿਨੋਟ ਕਰਦੇ ਹਨ ਤੇ ਕਹਿੰਦੇ ਹਾਂ ਐਂਗਲ ਆਫ ਇੰਸੀਡੈਂਟ, ਯਾਨੀ ਕਿ ਲਾਈਟ ਕਿਹੜੇ ਐਂਗਲ ਤੇ ਇੰਸੀਡੈਂਟ ਕੀਤੀ। ਇਹ ਜਿਹੜਾ ਹੈ ਇਹ ਐਂਗਲ ਹੈ ਨਾਰਮਲ ਤੇ ਰਿਫਲੈਕਟਿਡ ਰੇ ਦੇ ਨਾਲ। ਇਹਦਾ ਨਾਂ ਕੀ ਹੈ? ਰਿਫਲੈਕਟਿਡ ਰੇ, ਹੈ ਨਾ। ਤੇ ਇਹਨਾਂ ਦੇ ਵਿੱਚ ਜਿਹੜਾ ਐਂਗਲ ਹੋਏਗਾ ਰਿਫਲੈਕਟਿਡ ਰੇ ਤੇ ਨਾਰਮਲ ਦਾ, ਉਹਨੂੰ R ਨਾਲ ਡਿਨੋਟ ਕਰੀਦਾ ਹੈ। ਤੇ ਇੱਥੇ ਅਸੀਂ ਕਹਿ ਸਕਦੇ ਹਾਂ ਹਮੇਸ਼ਾ ਰਿਫਲੈਕਸ਼ਨ ਜਿਹੜੀ ਅਸੀਂ ਮੰਨਣੀ ਹੈ ਉਹਦੇ 'ਚ ਐਂਗਲ ਆਫ ਇੰਸੀਡੈਂਸ ਜਾਂ ਐਂਗਲ ਬਿਟਵੀਨ ਇੰਸੀਡੈਂਟ ਰੇ ਐਂਡ ਨਾਰਮਲ to the reflecting surface will be equal to angle of reflection, reflected ray and normal ਦੇ ਵਿੱਚ। ਨਾਰਮਲ ਯਾਨੀ ਕਿ 90 ਡਿਗਰੀ ਰਿਫਲੈਕਟਿੰਗ ਸਰਫੇਸ ਤੇ ਇੱਕ ਇਮੇਜਿਨਰੀ ਲਾਈਨ ਜਿਹੜੀ ਹੈਗੀ ਹੈ ਇਮੇਜਿਨ ਕਰਨੀ ਹੈ। ਇਹ ਦੋਨੋਂ ਐਂਗਲ ਇਕੁਅਲ ਹੁੰਦੇ ਹਨ।
ਜੇ ਮੈਂ ਥੋੜਾ ਜਿਹਾ ਇਹਨੂੰ ਥੱਲੇ ਲੈ ਕੇ ਆਂਦਾ, ਇੱਥੋਂ ਇੰਸੀਡੈਂਟ ਹੁੰਦੀ ਰੇ, ਤਾਂ ਉਨਾ ਹੀ ਐਂਗਲ ਬਣਾ ਕੇ ਇਹਨੇ ਇੱਧਰ ਨੂੰ ਚਲ ਜਾਣਾ ਸੀ। ਜੇ ਮੈਂ ਥੋੜਾ ਜਿਹਾ ਸਿੱਧਾ ਕਰ ਦਵਾਂ, ਦੇਖੋ ਮੇਰਾ ਕਰਸਰ ਇੱਥੇ, ਤਿੰਨ ਕਿੱਥੇ ਜਾਣਾ ਹੈ, ਉਦਾਂ ਹੀ ਐਂਗਲ ਬਣਾ ਕੇ ਵਾਪਸ ਰਿਫਲੈਕਟ ਹੋ ਜਾਣਾ ਸੀ। ਇਹ ਦੋਨੋਂ ਜਿਹੜੇ ਐਂਗਲ ਹੈਗੇ, ਯਾਦ ਰੱਖਣਾ, ਹਮੇਸ਼ਾ ਨਾਰਮਲ ਨਾਲ ਬਣਦੇ ਹਨ। ਨਾਰਮਲ ਯਾਨੀ ਕਿ 90 ਡਿਗਰੀ, 90 ਡਿਗਰੀ ਟੂ ਦਾ ਰਿਫਲੈਕਟਿੰਗ ਸਰਫੇਸ। ਇਹ ਅਸੀਂ ਆਪਣੀ ਹੈਲਪ ਵਾਸਤੇ ਡਰਾ ਕਰਦੇ ਹਾਂ। ਤਾਂ ਕਰਕੇ ਜਿਹੜੇ ਵੀ ਐਂਗਲ ਬਣਨਗੇ ਉਹ ਨਾਰਮਲ ਤੋਂ ਹੀ ਗਿਣੇ ਜਾਣਗੇ, ਨਾਰਮਲ ਤੋਂ ਹੀ ਮੈਜਰ ਹੋਣਗੇ। ਇਹ ਐਂਗਲ ਨਹੀਂ ਲੈਣਾ ਅਸੀਂ, ਇਹ ਐਂਗਲ ਨਹੀਂ ਲੈਣਾ, ਇਹ ਐਂਗਲ ਵੀ ਨਹੀਂ ਲੈਂਦੇ ਅਸੀਂ ਨਾਰਮਲ ਦੇ ਨਾਲ ਐਂਗਲ ਜਿਹੜੇ ਹੈਗੇ ਆ ਉਹ ਵੇਖਣੇ ਹਨ। ਚਲੋ ਰਿਵੀਜ਼ਨ ਵਾਸਤੇ ਇੱਕ ਮੈਂ ਡਾਇਗਰਾਮ ਬਣਾਉਂਦਾ ਹਾਂ, ਤੁਸੀਂ ਦੱਸਣਾ ਹੈ ਇਹਨਾਂ ਦੇ ਨਾਂ ਕੀ ਹੋਣਗੇ। ਇਹ ਕੀ ਬਣਾਇਆ ਮੈਂ ਕਿ ਰਫ ਸਰਫੇਸ ਹੈ, ਤੁਸੀਂ ਸਕੇਲ ਨਾਲ ਕਰਨਾ ਹੈ ਕੰਮ। ਇਹਦਾ ਕੀ ਨਾਂ ਹੋਏਗਾ, ਇਹਨੂੰ ਕੀ ਕਵਾਂਗੇ, ਕੁਝ ਮਿਸਿੰਗ ਹੈ ਇੱਥੇ, ਐਰੋ ਲਾਓ। ਇਹਨੂੰ ਕੀ ਕਵਾਂਗੇ, ਇਸ ਪੁਆਇੰਟ ਨੂੰ ਕੀ ਕਵਾਂਗੇ, ਇਹ ਸਰਫੇਸ ਨੂੰ ਕੀ ਕਵਾਂਗੇ, ਤੇ ਇਹ ਜਿਹੜਾ ਪਿਛਲਾ ਸਰਫੇਸ ਹੈ ਇਹਨੂੰ ਕੀ ਕਵਾਂਗੇ। ਇਹ ਸਾਰੇ ਨਾਂ ਤੁਸੀਂ ਪਾਣੇ ਹਨ। ਦੂਜੀ ਚੀਜ਼, ਇਹ ਐਂਗਲ ਜਿਹਨੂੰ ਆਈ ਨਾਲ ਲਿਖਦੇ ਹਾਂ, ਕਿਹਦੇ ਕਿਹਦੇ ਵਿੱਚ ਹੈ, ਇਹ ਐਂਗਲ ਕਿਹਦੇ ਕਿਹਦੇ ਵਿੱਚ ਹੈ, ਤੇ ਇਹਨਾਂ ਵਿੱਚ ਰਿਲੇਸ਼ਨ ਕੀ ਹੈ। ਫਟਾਫਟ ਰਿਵਾਈਜ਼ ਕਰੋ ਅੱਗੇ ਜਾਣ ਤੋਂ ਪਹਿਲਾਂ। ਹੁਣ ਅਸੀਂ ਚੱਲਾਂਗੇ ਆਪਣੇ ਸਫੈਰੀਕਲ ਮਿਰਰ ਦੀ ਕੋਲ, ਯਾਨੀ ਕਿ ਸਫੈਰੀਕਲ ਮਿਰਰ ਨੂੰ ਸਮਝੀਏ। ਅਸੀਂ ਵੇਖਿਆ ਹੈ ਇੱਕ ਫਲੈਟ ਸਰਫੇਸ ਹੋਵੇ ਤਾਂ ਐਂਗਲ ਆਫ ਇੰਸੀਡੈਂਸ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੁੰਦਾ ਹੈ। ਪਰ ਜੇ ਅਸੀਂ ਸਰਫੇਸ ਫਲੈਟ ਨਾ ਰੱਖੀਏ, ਮੰਨ ਲਓ ਉਹਨੂੰ ਗੋਲ ਕਰ ਲਈਏ, ਇੱਕ ਗੋਲ ਜਿਹਾ ਸਰਫੇਸ ਜਾਂ ਸਫੈਰੀਕਲ ਸਰਫੇਸ ਲੈ ਲਈਏ, ਤਾਂ ਕੀ ਹੋਏਗਾ। ਦੇਖੋ, ਮੰਨ ਲਓ ਇੱਥੇ ਤੁਸੀਂ ਪ੍ਰਕਾਰ ਰੱਖਦੇ ਹੋ ਆਪਣੀ ਤੇ ਇੱਕ ਸਰਕਲ ਡਰਾ ਕਰਦੇ ਹੋ। ਇਦਾਂ ਮੈਂ ਇੱਕ ਪੂਰਾ ਦਾ ਪੂਰਾ ਸਰਕਲ ਮੈਂ ਡਰਾ ਕਰ ਲਿਆ। ਹੁਣ ਇਹਨੂੰ ਅੱਧਾ ਮਿਟਾ ਦਿੰਦਾ ਹਾਂ, ਇਹਨੂੰ ਇੱਥੇ ਰਬ ਕਰਤਾ। ਇਹ ਜਿਹੜਾ ਪਾਰਟ ਹੈ ਹੁਣ ਕਿਹਦਾ ਪਾਰਟ ਹੈ, ਜਿਹੜਾ ਉਹ ਪੂਰਾ ਸਫੇਅਰ ਸੀ ਉਹਦਾ ਪਾਰਟ ਬਣ ਗਿਆ, ਠੀਕ ਹੈ। ਤੇ ਹਲਕਾ ਜਿਹਾ ਤੁਸੀਂ ਕੀ ਕਰਨਾ ਹੈ, ਪਹਿਲੇ ਸਰਕਲ ਬਣਾ ਲੈਣਾ ਹੈ, ਫਿਰ ਉਹਨੂੰ ਰਬੜ ਨਾਲ ਅੱਧੇ ਨੂੰ ਮਿਟਾ ਦੇਣਾ ਹੈ। ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਮਿਟਾ ਦਿਓ ਜਾਂ ਅੱਧਾ ਰੱਖੋ, ਸੇਮ ਹੀ ਗੱਲ ਹੈ। ਹੁਣ ਤੁਹਾਡੀ ਹਿੰਦੀ ਦੀ ਜਿਹੜੀ ਲੈਣਾ ਹਨ ਉਹ ਤੁਹਾਨੂੰ ਹੈਲਪ ਕਰਨਗੀਆਂ ਸਫੈਰੀਕਲ ਮਿਰਰ ਦੇ ਕੇਸ 'ਚ। ਤਾਂ ਇਹ ਥੋੜੀ ਗੂੜੀਆਂ ਕਰ ਦੇਵਾਂ, ਇਹ ਦੇਖੋ ਨਜ਼ਰ ਆ ਰਹੀਆਂ, ਇਹ ਤੁਹਾਨੂੰ ਬੜੀਆਂ ਹੈਲਪ ਕਰਨਗੀਆਂ ਜਦੋਂ ਵੀ ਅਸੀਂ ਡਾਇਗਰਾਮ ਬਣਾਉਣੇ ਨੇ ਸਫੈਰੀਕਲ ਮਿਰਰ ਦੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਲੈਣਾ ਐਂਗਲ ਆਫ ਇੰਸੀਡੈਂਟ ਹੋ ਰਿਹਾ ਸੀ ਉਹ ਐਂਗਲ ਦੇ ਰਿਫਲੈਕਸ਼ਨ ਦੇ ਬਰਾਬਰ ਕਿੱਦਾਂ ਬਣਾਈਏ। ਬਹੁਤ ਮੁਸ਼ਕਿਲ ਲੱਗ ਰਿਹਾ ਕਿਉਂਕਿ ਸਰਫੇਸ ਤਾਂ ਟੇਢਾ ਹੋ ਗਿਆ। ਇੱਕ ਗਲਤੀ ਕਰਤੀ, ਇੱਥੇ ਮੈਂ ਰਫ ਸਰਫੇਸ ਨਹੀਂ ਬਣਾਇਆ, ਪਿੱਛੇ ਪਾਸੇ ਹੁੰਦਾ ਨਾ, ਮੰਨ ਲਓ ਇਦਾਂ ਦਾ ਇਹ ਸ਼ੀਸ਼ਾ ਮੈਂ ਮੋੜ ਦਿੱਤਾ, ਹੁਣ ਫਲੈਟ ਨਹੀਂ ਹੈ। ਹੁਣ ਦੇਖੋ, ਮੰਨ ਲਓ ਲਾਈਟ ਇੱਧਰ ਨੂੰ ਆ ਰਹੀ ਹੈ, ਜਿਹੜੀ ਸਾਡੀ ਹਿੰਦੀ ਦੀ ਲਾਈਨ ਹੈ ਨਾ, ਉਹੀ ਲਾਈਨ ਉਹੀ ਤੁਹਾਡੀ ਜਿਹੜੀ ਹੈਗੀ ਹੈ ਇੰਸੀਡੈਂਟ ਰੇ ਹੈ। ਥੋੜਾ ਜਿਹਾ ਬਣਾ ਲਈਏ ਇਹਨੂੰ, ਮੰਨ ਲਓ ਇਹ ਆਂਦੀ ਪਈ ਹੈ ਇੱਕ ਰੇ ਇੱਦਾਂ। ਹੁਣ ਇਹ ਰੇ ਜਿਹੜੀ ਹੈ ਇਹਦਾ ਐਂਗਲ, ਇਹਦੀ ਡਾਇਰੈਕਸ਼ਨ ਕੀ ਹੈ, ਐਰੋ ਨਾਲ ਦਿਖਾਣੀ ਹੈ, ਇੱਧਰ ਨੂੰ ਜਾ ਰਹੀ ਹੈ। ਹੁਣ ਇਹਦੇ ਟਕਰਾਉਣ ਦੇ ਬਾਅਦ ਕੀ ਹੋਏਗਾ, ਜਿੱਦਾਂ ਫਲੈਟ ਸਰਫੇਸ 'ਚ ਹੁੰਦਾ ਹੈ ਉੱਦਾਂ ਹੀ ਕੁਝ ਚੇਂਜ ਨਹੀਂ ਹੋਣਾ। ਇਹ ਜਿਹੜਾ ਲਾਅ ਹੈ ਐਂਗਲ ਆਫ ਇੰਸੀਡੈਂਸ ਐਂਡ ਐਂਗਲ ਆਫ ਰਿਫਲੈਕਸ਼ਨ ਸੇਮ ਹੋਣ ਦਾ, ਇਹ ਹਰ ਇੱਕ ਸਰਫੇਸ 'ਤੇ ਲੱਗਣਾ ਹੈ। ਰਿਫਲੈਕਟਿੰਗ ਸਰਫੇਸ ਹੋਣਾ ਚਾਹੀਦਾ ਬਸ। ਹੁਣ ਦੇਖੋ, ਇੱਥੇ ਸਾਨੂੰ ਬਣਾਉਣ ਤੋਂ ਪਹਿਲੇ ਅਸੀਂ ਕੀ ਕਰਦੇ ਸੀ, ਨਾਰਮਲ ਬਣਾਉਂਦੇ ਸੀ। ਹੁਣ ਇੱਥੇ ਤੁਹਾਨੂੰ ਲੱਗਣਾ ਨਾਰਮਲ ਜਾਂ 90 ਡਿਗਰੀ ਇਸ ਸਰਫੇਸ ਤੋਂ ਕੱਢਣਾ ਬਹੁਤ ਮੁਸ਼ਕਿਲ ਹੋਣਾ। ਅਸੀਂ ਨਾਰਮਲ ਬਹੁਤ ਆਰਾਮ ਨਾਲ ਡਰਾ ਕਰ ਸਕਦੇ ਹਾਂ। ਸਾਨੂੰ ਬਸ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ 90 ਡਿਗਰੀ ਦੀ ਲਾਈਨ ਬਣਾਵਾਂਗੇ ਉਹ ਸੈਂਟਰ ਤੋਂ ਜਾਏਗੀ, ਜਿਹੜਾ ਸੈਂਟਰ ਤੁਸੀਂ ਸਟਾਰਟ ਕੀਤਾ ਸੀ, ਜਿਹਦੇ ਨਾਲ ਤੁਸੀਂ ਸਰਕਲ ਡਰਾ ਕੀਤਾ ਸੀ। ਤੇ ਯਾਨੀ ਕਿ ਅਸੀਂ ਸੋਚਣਾ ਹੀ ਨਹੀਂ ਹੈ 90 ਡਿਗਰੀ ਬਾਰੇ, ਅਸੀਂ ਤਾਂ ਇੱਕ ਲਾਈਨ ਡਾਟਡ ਜਿਹੀ ਪਾ ਦੇਣੀ ਹੈ ਜਿਹੜੀ ਸੈਂਟਰ ਤੋਂ ਕ੍ਰਾਸ ਕਰੇ। ਇੱਦਾਂ ਰੱਖ ਲਿਆ, ਦੂਜਾ ਪੁਆਇੰਟ ਇੱਥੇ ਰੱਖ ਲਿਆ। ਹੁਣ ਦੇਖੋ, ਇਹ ਲਾਈਨ ਜਿਹੜੀ ਹੈ ਇਹ ਅਸੀਂ ਹੁਣ ਡਰਾ ਕਰਨੀ ਹੈ।
ਇਹ ਅਸੀਂ ਹੁਣ ਡਰਾ ਕਰ ਲੈਣੀ ਹੈ। ਥੋੜੀ ਜਿਹੀ ਇਹਨੂੰ ਹਲਕੀ ਕਰੋ ਕਿਉਂਕਿ ਇਹ ਸਿਰਫ ਸਾਡੇ ਯੂਜ਼ ਵਾਸਤੇ ਹੀ ਹੈ, ਇਹਨੇ ਕੋਈ ਖਾਸ ਕੰਮ ਨਹੀਂ ਦੇਣਾ, ਬਸ ਸਾਨੂੰ ਗਾਈਡ ਕਰਨਾ ਹੈ। ਇਹ ਕੋਈ ਅਸਲੀ ਰੇ ਨਹੀਂ ਬਣਾਈ ਮੈਂ, ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਇਹ ਅਸੀਂ ਜਿਹੜੀ ਲਾਈਨ ਬਣਾਈ ਇਹ ਬਣ ਗਿਆ 90 ਡਿਗਰੀ ਟੂ ਦ ਸਫੇਅਰ। ਇਹ ਕਿਉਂ ਕਰਕੇ ਲੌਜਿਕ ਹੈ, ਦੇਖੋ ਕੋਈ ਵੀ ਅਜੇ ਮੈਂ ਸਰਕਲ ਬਣਾਵਾਂ ਤੇ ਸੈਂਟਰ ਤੋਂ ਕੋਈ ਰੇਡੀਅਸ ਬਣਾਵਾਂ ਇਦਾਂ, ਇਹ 90 ਡਿਗਰੀ ਨਹੀਂ ਹੋਏਗਾ, 90 ਡਿਗਰੀ ਹੋਏਗਾ। ਇਹ ਬਣਾ ਦੇਵਾਂ ਤਾਂ ਇਹ ਵੀ 90 ਡਿਗਰੀ ਹੋਏਗਾ, ਇਹ ਨਾ ਬਣਾਵਾਂ ਤਾਂ ਇਹ ਵੀ 90 ਡਿਗਰੀ ਹੋਏਗਾ। ਤਾਂ ਇਸੇ ਲੌਜਿਕ ਦਾ ਅਸੀਂ ਸਿੰਪਲ ਜਿਹੇ ਲੌਜਿਕ ਦਾ ਇੱਥੇ ਲੈ ਰਹੇ ਹਾਂ ਕਿ 90 ਡਿਗਰੀ ਐਂਗਲ ਜਿਹੜਾ ਹੋਏਗਾ ਉਹ ਸੈਂਟਰ ਤੋਂ ਹਮੇਸ਼ਾ ਕ੍ਰਾਸ ਕਰੇਗਾ। ਤਾਂ ਕਰਕੇ ਅਸੀਂ ਜਿਹੜਾ ਕੋਈ ਵੀ ਸਫੈਰੀਕਲ ਜੇ ਸਾਨੂੰ ਸਰਫੇਸ ਆਉਂਦਾ ਹੈ ਤਾਂ ਅਸੀਂ ਸਿੱਧੇ ਲਾਈਨ ਇੱਕ ਸੈਂਟਰ ਤੋਂ ਡਰਾ ਕਰ ਦੇਣੀ ਹੈ, ਉਹ ਸਾਡਾ ਨਾਰਮਲ ਸਾਨੂੰ ਬਣਾ ਕੇ ਦੇ ਦੇਵੇਗੀ, ਜਿਹਦੇ ਕਰਕੇ ਸਾਨੂੰ ਫਾਇਦਾ ਕੀ ਹੋਏਗਾ ਕਿ ਅਸੀਂ ਐਂਗਲ ਆਫ ਇੰਸੀਡੈਂਸ ਤੇ ਐਂਗਲ ਆਫ ਰਿਫਲੈਕਸ਼ਨ ਬਰਾਬਰ ਬਣਾ ਸਕੀਏ। ਹੁਣ ਜਦੋਂ ਮੈਂ ਇਹਦੀ ਰਿਫਲੈਕਸ਼ਨ ਵਿਖਾਣੀ ਹੈ ਤਾਂ ਮੈਂ ਗਲਤੀ ਕਰਾਂਗਾ, ਮੈਨੂੰ ਪਤਾ ਲੱਗ ਜਾਏਗਾ। ਦੇਖੋ ਇੱਦਾਂ ਕਰਦਾ, ਇਹ ਬੜਾ ਜ਼ਿਆਦਾ ਨਹੀਂ ਹੋ ਗਿਆ ਰਿਫਲੈਕਟਡ ਐਂਗਲ, ਇਹ ਦੇਖੋ ਕਿਉਂਕਿ ਇਹ ਨਾਰਮਲ ਨਾਲ ਵੇਖ ਰਹੇ ਹਾਂ, ਇੱਦਾਂ ਲਗਭਗ ਇਹ ਤੁਹਾਡੀ ਲਾਈਨ ਬਣ ਗਈ। ਹੁਣ ਦੇਖੋ ਇਹ ਐਂਗਲ ਲਗਭਗ ਇਹਦੇ ਬਰਾਬਰ ਹੈ ਨਹੀਂ, ਥੋੜਾ ਜਿਹਾ ਵੱਡਾ ਹੋ ਗਿਆ। ਅਸੀਂ ਦੁਬਾਰਾ ਤੋਂ ਕਰ ਲੈਂਦੇ ਹਾਂ, ਫਿਰ ਤੋਂ ਟਰਾਈ ਕਰਦੇ ਹਾਂ। ਹੁਣ ਇੱਥੋਂ ਸਟਾਰਟ ਕਰੀਏ, ਇੰਨਾ ਕਰ, ਠੀਕ ਹੈ। ਹੁਣ ਇਹਨੂੰ ਅਸੀਂ ਐਰੋ ਲਾ ਦੇਣਾ, ਇਹ ਲਾਤਾ ਐਰੋ। ਇਹ ਕੀ ਸੀਗਾ ਆਈ, ਇਹ ਕੀ ਸੀਗਾ ਆਰ। ਸੇਮ ਹੀ ਲਾਅ ਰਹੇਗਾ, ਐਂਗਲ ਆਫ ਇੰਸੀਡੈਂਸ ਬਰਾਬਰ ਹੋਏਗਾ ਐਂਗਲ ਆਫ ਆਰ। ਸਫੈਰੀਕਲ ਮਿਰਰ ਦੇ ਕੇਸ 'ਚ ਵੀ, ਇੱਕ ਸਫੇਅਰ ਤੋਂ ਕੱਢੇ ਹੋਏ ਮਿਰਰ ਤੇ ਵੀ ਸੇਮ ਲਾਅ ਲੱਗਦਾ ਹੈ, ਲਾਦਾ ਨਹੀਂ। ਫਾਇਦਾ ਕੀ ਚੁੱਕਣਾ ਹੈ ਨਾਰਮਲ ਦਾ। ਜੇ ਅਸੀਂ ਨਾਰਮਲ ਡਰਾ ਨਾ ਕਰੀਏ, ਜੇ ਮੈਂ ਇੱਥੇ ਇਹਨੂੰ ਢਾ ਦੇਵਾਂ ਤਾਂ ਇਹ ਐਂਗਲ ਬਣਾਉਣਾ ਬਹੁਤ ਔਖਾ ਹੈ। ਦੇਖੋ ਜੇ ਹੁਣ ਮੈਂ ਇਹ ਨਾਰਮਲ ਨਾ ਬਣਾਇਆ ਹੋਵੇ ਤੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂ, ਨੂੰ ਮਿਟਾ ਲਈਏ ਦੁਬਾਰਾ, ਤੇ ਮੰਨ ਲਓ ਮੈਂ ਬਿਨਾਂ ਨਾਰਮਲ ਤੋਂ ਬਣਾਉਣ ਦੀ ਕੋਸ਼ਿਸ਼ ਕਰਾਂ, ਮੈਨੂੰ ਯਾਦ ਹੀ ਨਹੀਂ ਰਹਿਣਾ ਕਿ ਮੈਂ ਠੀਕ ਤਰ੍ਹਾਂ ਬਣਾਇਆ ਕਿ ਨਹੀਂ ਬਣਾਇਆ, ਕਿਉਂਕਿ ਨਾਰਮਲ ਦੇ ਹਿਸਾਬ ਨਾਲ ਹੀ ਸਾਨੂੰ ਪਤਾ ਲੱਗਦਾ ਹੈ ਐਂਗਲ ਬਰਾਬਰ ਹੁੰਦੇ ਪਏ ਕਿ ਨਹੀਂ। ਹੁਣ ਮੈਂ ਰਫਲੀ ਇਦਾਂ ਦਾ ਬਣਾ ਦੇਣਾ ਹੈ, ਇਦਾਂ ਦਾ ਬਣਾ ਦੇਣਾ ਹੈ, ਕਿਉਂਕਿ ਪਤਾ ਹੀ ਨਹੀਂ ਹੈ। ਪਰ ਤੁਸੀਂ ਜੇ ਨਾਰਮਲ ਡਰਾ ਕਰ ਲਿਆ ਇਦਾਂ ਦਾ, ਉਹ ਵੇਖੋ ਕਿੰਨੀ ਵੱਡੀ ਗਲਤੀ ਹੋ ਗਈ। ਇਹ ਐਂਗਲ ਇਹਦੇ ਬਰਾਬਰ ਹੈ ਨਹੀਂ ਹੈ। ਤਾਂ ਹੀ ਕਰਕੇ ਹਮੇਸ਼ਾ ਜਦੋਂ ਵੀ ਅਸੀਂ ਸਫੈਰੀਕਲ ਮਿਰਰ 'ਚ ਰਿਫਲੈਕਸ਼ਨ ਕਰਾਣੀ ਹੈ, ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਸੈਂਟਰ ਤੋਂ ਇੱਕ ਲਾਈਨ ਡਰਾ ਕਰ ਲਓ, ਉਹ 90 ਡਿਗਰੀ ਹੀ ਹੁੰਦੀ ਹੈ ਜਾਂ ਨਾਰਮਲ ਹੀ ਹੁੰਦੀ ਹੈ। ਤਾਂ ਕਰਕੇ ਤੁਸੀਂ ਦੂਜੀ ਲਾਈਨ ਜਦੋਂ ਪਾਓਗੇ ਬਿਲਕੁਲ ਠੀਕ ਬਣੇਗੀ, ਉਹਦੇ 'ਚ ਕੋਈ ਗਲਤੀ ਨਹੀਂ ਹੋਏਗੀ। ਹੁਣ ਰਿਵੀਜ਼ਨ ਕਰ ਲਈਏ ਥੋੜੀ ਜਿਹੀ। ਅਸੀਂ ਇੱਕ ਸਫੈਰੀਕਲ ਮਿਰਰ ਬਣਾਈਏ। ਹੁਣ ਮੈਂ ਇੱਥੇ ਇੱਕ ਲਾਈਨ ਇੰਸੀਡੈਂਟ ਕਰਾਉਣ ਲੱਗਾ, ਇੱਦਾਂ ਗਈ ਲਾਈਨ। ਹੁਣ ਇਹ ਰਿਫਲੈਕਟ ਹੋ ਕੇ ਕਿੱਥੇ ਜਾਏਗੀ, ਸਾਨੂੰ ਮੰਨ ਲਓ ਇਹ ਸੈਂਟਰ ਹੈ ਤਾਂ ਇੱਕ ਲਾਈਨ ਬਣਾ ਲੈਣੀ ਚਾਹੀਦੀ, ਇਹ ਨਾਰਮਲ ਹੈ, ਸੈਂਟਰ ਤੋਂ ਕ੍ਰਾਸ ਹੁੰਦੀ ਪਈ। ਪੁਆਇੰਟ ਆਫ ਇੰਸੀਡੈਂਸ ਇਹ ਹੈ ਇੱਥੇ, ਪੁਆਇੰਟ ਆਫ ਇੰਸੀਡੈਂਸ, ਇਹ ਸਾਡੀ ਇੰਸੀਡੈਂਟ ਰੇ, ਇਹਨੇ ਬਣਾਇਆ ਆਈ। ਕਿਹੜਾ ਐਂਗਲ, ਐਂਗਲ ਬਿਟਵੀਨ ਨਾਰਮਲ। ਇਹ ਨਾਰਮਲ ਮੈਂ ਡਰਾ ਕੀਤਾ ਆਪਣੀ ਰੈਫਰੈਂਸ ਵਾਸਤੇ, ਨਹੀਂ ਤਾਂ ਸਾਡੇ ਕੋਲ ਬਣਨਾ ਨਹੀਂ ਠੀਕ। ਹੁਣ ਅਸੀਂ ਜਿਹੜੀ ਰਿਫਲੈਕਟਡ ਰੇ ਹੈ ਉਹ ਬਰਾਬਰ ਐਂਗਲ ਲਗਭਗ ਰੱਖੇਗੀ। ਤਾਂ ਲਗਭਗ ਮੈਂ ਰਫ 'ਚ ਵੀ ਦੇਖੋ ਠੀਕ ਬਣਾ ਪਾ ਰਿਹਾ ਹੁਣ ਨਾਰਮਲ ਦੀ ਹੈਲਪ ਨਾਲ। ਨਾਰਮਲ ਛੱਡ ਦੇਵਾਂ ਤਾਂ ਪਤਾ ਨਹੀਂ ਲੱਗਣਾ ਕਿ ਇਹ ਲਾਈਨ ਜਿਹੜੀ ਹੈ ਰਿਫਲੈਕਟ ਹੋ ਕੇ ਕਿੱਥੇ ਜਾਏਗੀ। ਤੇ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਅਸੀਂ ਸਫੈਰੀਕਲ ਮਿਰਰ 'ਚ ਨਾਰਮਲ ਦੀ ਹੈਲਪ ਲਵਾਂਗੇ, ਨਹੀਂ ਤਾਂ ਸਾਡੇ ਕੋਲ ਗਲਤੀ ਹੋਣ ਦੇ ਬਹੁਤ ਚਾਂਸ ਹਨ। ਜਦੋਂ ਤੁਸੀਂ ਡਾਇਗਰਾਮ ਬਣਾਓਗੇ ਆਪੇ ਸਮਝ ਜਾਓਗੇ ਕਿੰਨਾ ਹੈਲਪਫੁਲ ਹੈ ਇਹ ਨਾਰਮਲ।